दरअसल मसला है कि सुप्रीम कोर्ट ਦੇ ਵਿੱਚ ਅੱਜ ਪਰਾਲੀ ਨੂੰ ਲੈ ਕੇ ਸੁਣਵਾਈ ਹੋਈ ਹੈ ਔਰ ਇਸ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਤੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਭਾਈ ਦੱਸੋ ਇਸ ਸਾਲ ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਤੁਸੀਂ ਹੁਣ ਤੱਕ ਕੀ ਕੀਤਾ ਤਾਂ ਪੰਜਾਬ ਸਰਕਾਰ ਦਾ ਕਹਿਣਾ ਸੀ ਕੋਰੋਨਾ ਬਹੁਤ ਜ਼ਿਆਦਾ ਹੈ ਪੈਸਾ ਵਰਤਿਆ ਗਿਆ ਅੱਗੇ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਫਟਕਾਰ ਵੀ ਲੱਗੀ ਹੈ ਤੇ ਅੱਗੇ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ ਕਿ ਪੰਜਾਬ ਸਰਕਾਰ ਪਰਾਲੀ ਨੂੰ ਲੈ ਕੇ ਇੰਤਜ਼ਾਮ ਕਰੇਗੀ ਕੀ ਜਦੋਂ ਸਵਾਲ ਫੰਡ ਨੂੰ ਲੈ ਕੇ ਆਏ ਤਾਂ ਵਿਰੋਧੀਆਂ ਨੇ ਇੱਕ ਇੱਕ ਕਰਕੇ ਸਰਕਾਰ ਤੇ ਕਈ ਵਾਰ ਕੀਤੇ ਵਾਰ ਅਜਿਹੇ ਕਿ ਸ਼ਰਾਬ ਮਾਫੀਆ ਨੂੰ ਰਾਹਤ ਤੇ ਕਿਸਾਨਾਂ ਨੂੰ ਕਿਉਂ ਨਹੀਂ ਅਵੈਧ ਮਾਈਨਿੰਗ ਕਰਨ ਵਾਲਿਆਂ ਨੂੰ ਜਾਂ ਮਾਈਨਿੰਗ ਕਰਨ ਵਾਲਿਆਂ ਨੂੰ ਆਫਤ ਆ ਰਹੀ ਹੈ ਤੇ ਫਿਰ ਕਿਸਾਨਾਂ ਲਈ ਰਾਹਤ ਕਿਉਂ ਨਹੀਂ ਸੋ ਕਈ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ ਸੋ ਬਿਲਕੁਲ ਸਵਾਲ ਲਗਾਤਾਰ ਖੜੇ ਹੋ ਰਹੇ ਨੇ ਸਰਕਾਰ ਤੇ ਕਿ ਆਖਿਰਕਾਰ ਮਿਸਮੈਨੇਜਮੈਂਟ ਹੈ ਜਾਂ ਸਰਕਾਰ ਦੀ ਨੀਅਤ ਠੀਕ ਨਹੀਂ ਹੈ ਇਸ ਪੂਰੇ ਮਸਲੇ ਤੇ ਚਰਚਾ ਕਰਾਂਗੇ ਕੁਝ ਸਵਾਲਾਂ ਤੇ ਨਜ਼ਰ ਪਾ ਕੇ ਜਿਨ੍ਹਾਂ ਤੇ ਅੱਜ ਚਰਚਾ ਰਹੇਗੀ ਸਵਾਲ ਸਿੱਧੇ ਨੇ ਕਿ ਆਖਿਰਕਾਰ ਸਰਕਾਰ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੀ ਹੈ ਕੁਝ ਹੋ ਰਿਹਾ ਕਿਉਂ ਪਰਾਲੀ ਨੂੰ ਲੈ ਕੇ ਸਰਕਾਰ ਦੀ ਤਿਆਰੀ ਨਹੀਂ ਹੈ ਜੋ ਸਰਕਾਰ ਵੱਲੋਂ ਇਹ ਜਵਾਬ ਦਿੱਤਾ ਗਿਆ ਹੈ ਕਿ ਫੰਡ ਨੂੰ ਲੈ ਕੇ ਸਾਡੀ ਕੋਈ ਤਿਆਰੀ ਨਹੀਂ ਹੈ ਦੱਸਾਂਗੇ ਅੱਗੇ ਕੀ ਹੋਏਗਾ ਕਿ ਫੰਡ ਦੇ ਬਹਾਨੇ ਸਰਕਾਰ ਪੱਲਾ ਝਾੜ ਰਹੀ ਹੈ ਜਾਂ ਤੇ ਪਹਿਲੀ ਗੱਲ ਇਹੀ ਨਜ਼ਰ ਆਉਂਦੀ ਹੈ ਦੂਜੀ ਜੇ ਮਾਫੀਆ ਲਈ ਫੰਡ ਹੈ ਤਾਂ ਕਿਸਾਨਾਂ ਲਈ ਆਖਿਰਕਾਰ ਕਿਉਂ ਨਹੀਂ ਹੈ ਸ਼ਰਾਬ ਮਾਫੀਆ ਰੇਤ ਮਾਫੀਆ ਉਹਨਾਂ ਲਈ ਜੇ ਫੰਡ ਹੈ ਤਾਂ ਕਿਸਾਨਾਂ ਲਈ ਕਿਉਂ ਨਹੀਂ ਕਿ ਇਸ ਵਾਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ ਉਹਨਾਂ ਕਿਸਾਨਾਂ ਨੂੰ ਵੀ ਜਿਹੜੇ ਕਿ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਸਰਕਾਰ ਦੀ ਮਦਦ ਕਰਦੇ ਨੇ ਔਰ ਕਿਉਂ ਪਰਾਲੀ ਨੂੰ ਲੈ ਕੇ ਸਰਕਾਰ ਤਿਆਰ ਨਹੀਂ ਹੈ ਇਸ ਪੂਰੇ ਮਸਲੇ ਤੇ ਚਰਚਾ ਕਰਾਂਗੇ ਔਰ ਆਪ ਮੁੱਖ ਮੰਤਰੀ ਕਹਿੰਦੇ ਨੇ ਕਿ ਕੋਰੋਨਾ ਜਿਹੜੀ ਮਹਾਮਾਰੀ ਹੈ ਉਹ ਖਾਸ ਤੌਰ ਤੇ ਪੋਲੂਸ਼ਨ ਜਦੋਂ ਹੁੰਦਾ ਹੈ ਤੇ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਪਿਛਲੇ ਦਿਨ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਔਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ 2 ਮਹੀਨਾ ਪਹਿਲਾਂ ਕਿ ਇਤਨੀ ਪਰਾਲੀ ਨਾ ਸਾੜਿਓ ਇੰਤਜ਼ਾਮ ਕਰਕੇ ਰੱਖਿਓ ਕਿਸਾਨ ਤੇ ਇੰਤਜ਼ਾਮ ਕਰ ਲੈਣ ਪਰ ਸਰਕਾਰ ਇੰਤਜ਼ਾਮ ਕਿਉਂ ਨਾ ਕਰੇ ਸਵਾਲ ਵੱਡਾ ਹੈ ਜਿਹੜੇ ਖਾਸ ਮਹਿਮਾਨ ਜੁੜ ਚੁੱਕੇ ਨੇ ਸਾਡੇ ਨਾਲ ਅਮਨ ਅਰੋੜਾ ਜੀ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਜੁੜ ਚੁੱਕੇ ਨੇ ਸੁਰਜੀਤ ਸਿੰਘ ਸੋਹਲ ਸਾਹਿਬ ਕਾਂਗਰਸ ਪਾਰਟੀ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੰਗ ਜੀ ਭਾਰਤੀ ਜਨਤਾ ਪਾਰਟੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਰਸ਼ਦੀਪ ਕਲੇਟ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਦੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਸਾਡੇ ਨਾਲ ਗੋਰਾ ਜੀ ਵੀ ਜੁੜ ਚੁੱਕੇ ਨੇ ਕੰਗ ਸਾਹਿਬ ਮੇਰਾ ਸਵਾਲ ਹੈ ਹਰ ਵਾਰ ਕੇਂਦਰ ਤੇ ਨਜ਼ਰਾਂ ਰੱਖਣੀਆਂ ਹਰ ਵਾਰ ਕੇਂਦਰ ਨੂੰ ਕਹਿਣਾ ਜੀ ਪੈਸੇ ਦੇ ਦਿਓ ਔਰ ਜਦੋਂ ਸੁਪਰੀਮ ਕੋਰਟ ਪੁੱਛ ਰਿਹਾ ਤੇ ਕਹਿ ਦੇਣਾ ਕਿ ਫੰਡ ਨਹੀਂ ਹੈਗੇ ਸਵਾਲ ਹੈ ਕਿ ਫਿਰ ਪੰਜਾਬ ਦਾ ਕਿਸਾਨ ਕਿਹੜੇ ਵੱਲ ਨੂੰ ਵੇਖੇ ਪਿਛਲੇ 4 ਸਾਲਾਂ ਤੇ ਅਗਰ ਆਪਾਂ ਝਾਤੀ ਮਾਰੀਏ ਨਾ ਪੰਜਾਬ ਸਰਕਾਰ ਤੇ ਜਿਹੜਾ ਤੁਸੀਂ ਇੱਕ ਸ਼ਬਦ ਵਰਤਿਆ ਆਪਣੀ ਡਿਬੇਟ ਕਿ ਪੱਲਾ ਝਾੜਨਾ ਇਹਨਾਂ ਨੇ ਪੱਲਾ ਹੀ ਝਾੜਿਆ ਪੱਲਾ ਕਿਸਾਨ ਕਰਜ਼ਾ ਮਾਫੀ ਦਾ ਪੱਲਾ ਘਰ ਘਰ ਨੌਕਰੀ ਦੇਣ ਦਾ ਪੱਲਾ ਨਸ਼ਾ ਖਤਮ ਕਰ ਦੇਣ ਦਾ ਆਹ ਵੇਖੋ ਜਿਹੜੀ ਗੱਲ ਕਹੀ ਹੈ ਇੱਥੇ ਤੁਹਾਡੀ ਡਿਬੇਟ ਸਾਰਿਆਂ ਨੇ ਵੀ 5600 ਕਰੋੜ ਕੱਲਾ ਜਿਹੜਾ ਐਕਸਾਈਜ਼ ਡਿਪਾਰਟਮੈਂਟ ਔਰ ਹੈਰਾਨੀ ਦੀ ਗੱਲ ਹੈ ਉਹਦੇ ਮੰਤਰੀ ਮੁੱਖ ਮੰਤਰੀ ਸਾਹਿਬ ਹੈ ਔਰ ਤੋਂ ਹੀ ਪੰਜਾਬ ਦਾ ਘਾਟਾ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਤੇ ਕਿਸਾਨਾਂ ਨੂੰ ਲੈ ਕੇ ਤੇ ਪੱਲਾ ਝਾੜਿਆ ਹੀ ਝਾੜਿਆ ਤੇ ਲਗਾਤਾਰ ਇਹਨਾਂ ਦਾ ਜਿਹੜਾ ਟਰੈਕ ਰਿਕਾਰਡ ਹੈ ਹਾਲਾਤ ਇਹ ਹੈ ਵੀ ਅਸੀਂ ਨਹੀਂ ਹੁਣ ਕਹਿੰਦੇ ਕਾਂਗਰਸ ਦੇ ਜਿਹੜੇ ਮੰਤਰੀ ਔਰ ਐਮਐਲਏ ਇਹ ਗੱਲ ਕਹਿ ਰਹੇ ਆ ਉਹੀ ਇਹਨਾਂ ਦੇ ਸਕੈਂਡਲ ਬਾਹਰ ਲੈ ਕੇ ਆ ਰਹੇ ਆ ਕਿਉਂਕਿ ਉਹਦੀ ਵਜ੍ਹਾ ਹੈ ਸੰਜੀਦਗੀ ਕੋਈ ਨਹੀਂ ਹੈ ਸਰਕਾਰ 'ਚ ਜਵਾਬਦੇਹੀ ਕੋਈ ਨਹੀਂ ਆ ਅਕਾਊਂਟੇਬਿਲਟੀ ਕੋਈ ਨਹੀਂ ਆ ਸਰਕਾਰ ਜਿਹੜੀ ਹੈ ਆਮ ਮੰਤਰੀਆਂ ਨੂੰ ਐਮਐਲਏ ਨੂੰ ਮਿਲ ਨਹੀਂ ਰਹੀ ਮੁੱਖ ਮੰਤਰੀ ਸਾਹਿਬ ਅੱਜ 6 ਮਹੀਨੇ ਬਾਅਦ ਬਾਹਰ ਨਿਕਲੇ ਸੀ ਪਿਛਲੇ ਦਿਨ 2-3 ਦਿਨ ਪਹਿਲਾਂ ਉਹ ਜਿਹੜਾ ਕਤਲੇਆਮ ਹੋਇਆ ਮਾਝੇ ਏਰੀਏ 'ਚ ਸ਼ਰਾਬ ਨਾਲ ਨਕਲੀ ਸ਼ਰਾਬ ਨਾਲ ਉਹਦਾ ਪਤਾ ਲੈਣ ਗਏ ਆ ਕਿਸ ਤਰੀਕੇ ਨਾਲ ਆਉਣ ਵਾਲੇ ਟਾਈਮ ਜਿਹੜੀਆਂ ਕਾਰਪੋਰੇਸ਼ਨ ਜਾਂ ਕਮੇਟੀਆਂ ਦੀਆਂ ਇਲੈਕਸ਼ਨਾਂ ਸਿਰਫ ਤੇ ਸਿਰਫ ਇਸੇ ਕਰਕੇ ਲੇਕਿਨ ਸੰਜੀਦਗੀ ਇੱਕ ਜਵਾਬਦੇਹੀ ਇੱਕ ਗਵਰਨੈਂਸ ਇੱਕ ਲੋਕਾਂ ਦੇ ਪ੍ਰਤੀ ਜਿਹੜੀ ਤੁਹਾਡੀ ਚਿੰਤਾ ਹੋਣੀ ਚਾਹੀਦੀ ਹੈ ਜਾਂ ਚਿੰਤਨ ਹੋਣਾ ਚਾਹੀਦਾ ਉਹ ਗਾਇਬ ਹੈ ਮੈਨੂੰ ਲੱਗਦਾ ਹੈ ਵੀ ਕਪਤਾਨ ਸਾਹਿਬ ਨੂੰ ਹੁਣ ਆਪ ਹੀ ਵਿਦਾਇਗੀ ਲੈ ਲੈਣੀ ਚਾਹੀਦੀ ਹੈ ਕਲੇਟ ਸਾਹਿਬ ਕੰਗ ਸਾਹਿਬ ਤੇ ਕਹਿ ਰਹੇ ਨੇ ਵਿਦਾਇਗੀ ਲੈ ਲੈਣੀ ਚਾਹੀਦੀ ਹੈ ਪਰ ਲੱਗਦਾ ਹੈ ਕਿ ਕਿਸਾਨਾਂ ਦੀ ਵਿਦਾਇਗੀ ਹੋਈ ਦੇ ਹਾਲਾਤ ਜੋ ਕਿਹਾ ਜਾ ਰਿਹਾ ਸੁਪਰੀਮ ਕੋਰਟ 'ਚ ਜੋ ਹੀ ਰਹੇ ਤਾਂ ਨਵਨੀਤ ਜੀ ਇਹ ਜੋ ਅੱਜ ਸੁਪਰੀਮ ਕੋਰਟ ਦੇ ਵਿੱਚ ਕਾਂਗਰਸ ਸਰਕਾਰ ਨੇ ਜੋ ਐਫੀਡੇਵਿਟ ਦਿੱਤਾ ਹੈ ਇਸ ਤੋਂ ਤਾਂ ਇਹ ਗੱਲ ਲੱਗਦੀ ਹੈ ਕਿ ਜੋ ਕਾਂਗਰਸੀਆਂ ਨੇ ਮਿਲ ਕੇ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਹੈ ਉਹਦੀ ਭਰਪਾਈ ਹੁਣ ਕਿਸਾਨਾਂ ਤੋਂ ਵਸੂਲੂਗੀ ਜ਼ਬਰਦਸਤੀ ਕਾਂਗਰਸ ਦੀ ਪੰਜਾਬ ਸਰਕਾਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਕੋਵਿਡ ਲਈ ਜਿਹੜਾ ਸੈਂਟਰ ਤੋਂ ਆਇਆ 300 ਕਰੋੜ ਰੁਪਇਆ ਇਸ ਕੰਮ ਲਈ ਆਇਆ ਸੀਗਾ ਮਸ਼ੀਨਾਂ ਲਈ ਆਇਆ ਸੀ 23500 ਮਸ਼ੀਨਾਂ ਲਈਏ ਉਹ ਕੋਵਿਡ ਦੇ ਵਿੱਚ ਲੱਗ ਗਿਆ ਫਿਰ ਕਿੱਥੇ ਗਿਆ ਉਹ 6000 ਕਰੋੜ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਸੀਗਾ ਔਰ ਹਾਲੇ ਥੋੜੇ ਦਿਨ ਪਹਿਲਾਂ ਹੀ ਕਾਂਗਰਸ ਦੇ ਪ੍ਰਵਕਤਾ ਨੇ ਟੀਵੀ ਦੇ ਉੱਤੇ ਕਿਹਾ ਕਿ ਜੀ ਜਿਹੜਾ ਸਾਨੂੰ ਸੀਐਮ ਰਿਲੀਫ ਫੰਡ ਲਈ 60 ਕਰੋੜ ਇਕੱਠਾ ਹੋਇਆ ਉਹ ਸਾਡੇ ਕੋਲੇ ਪਿਆ ਉਹ ਤੋਂ 2-3 ਕਰੋੜ ਰੁਪਏ ਅਸੀਂ ਖਰਚਿਆ
ਸੋ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਾਂਗਰਸ ਦੀ ਮੌਜੂਦਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਹ ਲੋਕਾਂ ਦੇ ਉੱਤੇ, ਕਿਸਾਨਾਂ ਦੇ ਉੱਤੇ ਸਿਰਫ ਤੇ ਸਿਰਫ ਬੋਝ ਪਾਇਆ ਜਾ ਰਿਹਾ। ਔਰ ਦੂਜੇ ਪਾਸੇ ਤੁਸੀਂ ਜਿਹੜਾ ਲੋਕਡਾਊਨ ਕਰਕੇ 676 ਕਰੋੜ ਤਾਂ ਜਿਹੜੇ ਠੇਕੇਦਾਰ ਆ ਤੁਸੀਂ ਉਹਨਾਂ ਦਾ ਰਾਹਤ ਦੇ ਰਹੇ ਹੋ, ਉਹਨਾਂ ਨੂੰ ਸੈਂਡ ਮਾਫੀਏ ਨੂੰ ਤੁਸੀਂ 150 ਕਰੋੜ ਦੀ ਰਾਹਤ ਦੇ ਰਹੇ ਹੋ। ਤਾਂ ਫਿਰ ਵਿਚਾਰੇ ਕਿਸਾਨ ਦਾ ਜਿਹੜਾ ਆਲਰੇਡੀ ਪੈਸਾ ਤੁਹਾਡੇ ਕੋਲ ਸੈਂਟਰ ਵੱਲੋਂ ਆਇਆ ਹੋਇਆ ਉਹ ਦੇਣ ਦੇ ਵਿੱਚ ਸਰਕਾਰ ਨੂੰ ਕੀ ਦਿੱਕਤ ਹੈ? ਕਿਤੇ ਨਾ ਕਿਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ। ਔਰ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਜਿਵੇਂ ਪਹਿਲਾਂ ਵੀ ਐਕਸਾਈਜ਼ ਡਿਊਟੀ ਦਾ ਜਿਵੇਂ ਹੁਣੀ ਦੱਸਿਆ ਮਾਲੀ ਸਾਹਿਬ ਨੇ ਕਿ 5600 ਕਰੋੜ ਰੁਪਇਆ ਜੇ ਤੁਹਾਨੂੰ ਘਾਟਾ ਉਹਦੇ ਚੋਂ ਪੈ ਰਿਹਾ ਤੇ ਤੁਸੀਂ ਆਪਣੇ ਜਿਹੜੀ ਤੁਹਾਡੀ ਗਵਰਨੈਂਸ ਹੈ ਔਰ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਪਦਾ ਮਹਿਕਮਾ ਹੈ, ਅਗਰ ਉਹਦੇ ਚ ਇੰਨੀ ਮਾੜੀ ਗਵਰਨੈਂਸ ਹੈ ਤਾਂ ਫਿਰ ਇਹਦਾ ਪੰਜਾਬ ਸਟੇਟ ਦਾ ਰੱਬ ਹੀ ਨਹੀਂ, ਖੇਤੀਬਾੜੀ ਮਹਿਕਮਾ ਵੀ ਆਪ ਮੁੱਖ ਮੰਤਰੀ ਸਾਹਿਬ ਦਾ ਹੀ ਹੈ। ਔਰ ਮੈਂ ਉਹੀ ਗੱਲਾਂ ਨੇ ਸਾਰੀਆਂ ਕਿ ਮੁੱਖ ਮੰਤਰੀ ਸਾਹਿਬ ਦੀ ਗਵਰਨੈਂਸ ਦੇ ਉੱਤੇ ਸਵਾਲ ਖੜਾ ਹੁੰਦਾ ਔਰ ਕਿਸਾਨਾਂ ਦੇ ਬੋਝ ਪਾ ਕੇ ਕਿਸਾਨੀ ਨੂੰ, ਪੰਜਾਬ ਦੀ ਨੂੰ ਹੋਰ ਮਾਰਨ ਦੇ ਕੰਮ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਵੱਲੋਂ ਕੀਤਾ ਜਾ ਰਿਹਾ। ਠੀਕ ਹੈ, ਮੈਂ ਉਹਦੇ ਤੇ ਗੱਲ ਇਹਦੇ ਚ ਐਡ ਕਰਦੇ ਆ ਕਿ ਅਗਰ ਤੁਹਾਡੇ ਕੋਲੇ ਕਿਸਾਨਾਂ ਨੂੰ ਦੇਣ ਲਈ ਮਸ਼ੀਨਾਂ ਲਈ ਜਾਂ ਪਰਾਲੀ ਦੀ ਸੰਭਾਲ ਲਈ ਪੈਸਾ ਹੈ ਨਹੀਂ, ਫਿਰ ਤੁਸੀਂ ਪਰਚੇ ਕਿਉਂ ਕਰਦੇ ਹੋ? ਇੱਕ ਪਾਸੇ ਤੁਸੀਂ ਕਿਸਾਨਾਂ ਦੇ ਉੱਤੇ ਪਰਚੇ ਵੀ ਕਰਦੇ ਹੋ ਔਰ ਦੂਜੇ ਪਾਸੇ ਸੁਪਰੀਮ ਕੋਰਟ ਨੂੰ ਕਹਿੰਦੇ ਸਾਡੇ ਕੋਲ ਪੈਸਾ ਹੈ ਨਹੀਂ। ਇਹ ਦੋਹਰੀ ਨੀਤੀ ਜਿਹੜੀ ਪੰਜਾਬ ਸਰਕਾਰ ਦੀ ਹੈ ਇਹ ਵੀ ਕਿਸਾਨ ਮਾਰੂ ਹੈ। ਬਿਲਕੁਲ ਹਾਂ। ਜਦੋਂ ਤੱਕ ਵੈਟ ਦੀ ਗੱਲ ਹੈ, ਵੈਟ ਪੰਜਾਬ ਨੂੰ ਜਾ ਰਿਹਾ ਹੈ ਤੇ ਜਿਹੜੀ ਐਕਸਾਈਜ਼ ਡਿਊਟੀ ਉਹਦਾ 42% ਵੀ ਵਾਪਸ ਆਉਂਦਾ ਜਿਹੜਾ ਤੇਲ ਤੇ ਐਕਸਾਈਜ਼ ਡਿਊਟੀ ਉਹਦਾ 42% ਵੀ ਸਟੇਟ ਨੂੰ ਆ ਰਿਹਾ। ਦੋਹਰਾ ਫਾਇਦਾ ਪੰਜਾਬ ਨੂੰ ਇਹਦੇ ਚ। ਦੂਸਰੀ ਗੱਲ ਫੰਡ ਦੀ ਗੱਲ, ਨੈਸ਼ਨਲ ਹੈਲਥ ਮਿਸ਼ਨ ਵਾਲਾ ਫੰਡ ਵੀ ਮਿਲਿਆ, 1.5 ਕਰੋੜ ਲੋਕਾਂ ਨੂੰ ਰਾਸ਼ਨ ਵੀ ਫ੍ਰੀ ਮਿਲਿਆ 8 ਮਹੀਨੇ ਲਈ। ਉਹ ਸਰਕਾਰ ਇੰਡੀਆ ਤੱਕ ਨਹੀਂ ਗਿਆ। ਮੌਜੂਦਾ ਹਾਲਾਤ ਚ ਸੈਂਟਰ ਦੀ ਜਿਹੜੀ ਇਨਕਮ ਹੈ, ਸਵੈ ਸਾਹਿਬ ਚੁੱਪ ਕਰ ਜਾਓ, ਸਵੈ ਸਾਹਿਬ ਸੁਣ ਲਿਆ ਕਰੋ। ਤੁਸੀਂ ਕੱਲਾ ਥੋੜੀ ਡਿਬੇਟ 'ਚ ਬੈਠੇ ਹੋ। ਸਵੈ ਸਾਹਿਬ ਸੁਣ ਲਓ, ਸਵੈ ਸਾਹਿਬ ਤੁਹਾਡੀ ਆਦਤ ਹੈ ਹੀ ਆ, ਤੁਸੀਂ ਸੁਣਨਾ ਨਹੀਂ ਚਾਹੁੰਦੇ। ਤੁਹਾਡੇ ਸੀਐਮ ਦੀ ਵੀ ਇਹੀ ਆਦਤ ਹੈ। ਸੈਸ ਲਾਏ ਨੇ ਤੁਸੀਂ, ਤੁਹਾਡਾ ਸਾਰੇ ਦਾ ਐਟੀਟਿਊਡ ਇਹੀ ਹੈ, ਇਸ ਕਰਕੇ ਪੰਜਾਬ ਗਰ ਕਰਿਆ। ਦੇਖੋ ਗੱਲ ਪਤਾ ਕੀ ਸੈਸ ਲਾਏ ਨੇ, ਸੈਂਟਰ ਦੀ ਵੀ ਆਮਦਨ ਘਟੀ ਆ, ਤੁਸੀਂ ਰੇਟ ਲੇਕਿਨ ਵਧਾਏ ਪਿਛਲੇ ਨੇ। ਕੱਲ ਜਿਹੜਾ ਸਵੈ ਸਾਹਿਬ ਨੇ ਜ਼ਿਕਰ ਕੀਤਾ 1 ਲੱਖ ਕਰੋੜ ਦਾ ਪੈਕੇਜ ਰੂਰਲ ਹੈਲਥ ਨੇ ਕੇਂਦਰ ਨੇ, ਉਹਦਾ ਸ਼ੇਅਰ ਪੰਜਾਬ ਮਿਸਗਾਈਡ ਨੂੰ ਕਰ ਨਹੀਂ ਰਿਹਾ। ਉਹਦੇ ਚ ਕੀ ਆ, ਜਿਹੜਾ ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨ ਆ, ਜਿਹੜੀ ਸੈਂਟਰ ਸਰਕਾਰ ਦੀ ਸਕੀਮ ਹੈ, ਉਹਨਾਂ ਨੂੰ ਫੰਡਿੰਗ ਕਰਨੀ ਆ ਤਾਂ ਕਿ ਸਟੋਰੇਜ, ਗੋਦਾਮਾਂ, ਕੋਲਡ ਸਟੋਰੇਜ ਜਿਹੜੇ ਆ ਰੂਰਲ ਲੈਵਲ ਤੇ ਇਹ ਸਾਰਾ ਇਹ ਤੋਂ ਇਲਾਵਾ ਨਵਨੀਤ ਜੀ, ਮੈਂ ਆਉਂਗਾ ਜਵਾਬ ਦਿਓ ਤੁਸੀਂ। ਇਸ ਤੋਂ ਇਲਾਵਾ ਨਵਨੀਤ ਜੀ 8.5 ਕਰੋੜ ਕਿਸਾਨਾਂ ਨੂੰ ਕੱਲ 17,000 ਕਰੋੜ ਉਹਨਾਂ ਦੇ ਅਕਾਊਂਟ 'ਚ ਦਿੱਤਾ। ਇੱਕ ਸੈਂਟਰ ਵੀ ਇਹੋ ਜਿਹੇ ਐਮਰਜੈਂਸੀ ਹਾਲਾਤਾਂ 'ਚ ਪੈਸੇ ਦੇ ਰਿਹਾ ਨਾ ਕੁਝ। ਔਰ 300 ਕਰੋੜ ਵੀ ਜਿਹੜਾ ਉਹਨਾਂ ਨੇ ਦਿੱਤਾ ਸੀ, ਔਰ ਪ੍ਰੋਫੈਸਰ ਸਾਹਿਬ ਕਹਿ ਰਹੇ ਵੀ 750 ਕਰੋੜ ਟੋਟਲ ਪੈਸਾ ਬਣਨਾ ਸੀ, ਜਾਂ 400 ਕਰੋੜ ਰੁਪਏ ਪੰਜਾਬ ਸਟੇਟ ਜੇ ਉਹਦੇ ਚ ਲਾ ਦਿੰਦੀ, ਅੱਜ ਪੰਜਾਬ ਮਾਡਲ ਸਟੇਟ ਦੇਸ਼ 'ਚ ਬਣ ਸਕਦਾ ਸੀ ਪਰਾਲੀ ਨੂੰ ਲੈ ਕੇ। ਲੇਕਿਨ ਗੱਲ ਉੱਥੇ ਆ ਜਾਂਦੀ ਆ, ਸੰਜੀਦਗੀ ਨਹੀਂ ਹੈਗੀ, ਜ਼ਿੰਮੇਵਾਰੀ ਨਹੀਂ ਹੈਗੀ, ਲਾਪਰਵਾਹੀ ਆ, ਗੈਰ ਜ਼ਿੰਮੇਵਾਰੀ ਆ, ਕਿਸੇ ਤਰ੍ਹਾਂ ਦੀ ਪੰਜਾਬ ਦੀ ਚਿੰਤਾ ਨਹੀਂ ਹੈ। ਆਖੇ ਜੀ ਸੈਂਟਰ ਮਦਦ, ਸੈਂਟਰ ਤੇ ਨੈਸ਼ਨਲ ਹੈਲਥ ਮਿਸ਼ਨ 'ਚ ਵੀ ਮਦਦ ਕਰ ਰਿਹਾ, ਸੈਂਟਰ ਜਿਹੜੇ ਐਮਰਜੈਂਸੀ ਫੰਡ ਉਹ ਵੀ ਦੇ ਰਿਹਾ। ਇਸ ਤੋਂ ਇਲਾਵਾ ਵੀ ਸੈਂਟਰ ਜਿਸ ਤਰੀਕੇ ਨਾਲ ਰਾਸ਼ਨ ਵੀ ਦੇ ਰਿਹਾ, ਫ੍ਰੀ ਸਿਲੰਡਰ ਵੀ ਦੇ ਰਿਹਾ, ਹਰ ਤਰੀਕੇ ਨਾਲ ਸੈਂਟਰ ਮਦਦ ਕਰ ਰਿਹਾ। ਲੇਕਿਨ ਪੰਜਾਬ ਸਰਕਾਰ ਦੀ ਕਿਆ ਜ਼ਿੰਮੇਵਾਰੀ ਨਹੀਂ ਬਣਦੀ? ਲੋਕਾਂ ਦੀ ਪੰਜਾਬ ਸਰਕਾਰ ਦੀ ਮਦਦ ਕਿੱਥੇ ਹੈ? ਮੈਂ ਦੁਬਾਰਾ ਤੁਸੀਂ ਬੋਲ ਪਏ, ਮੈਂ ਦੱਸਦਾ। ਵੈਟ ਵੀ ਤੁਸੀਂ ਲਿਆ, ਜਿਹੜੀ ਐਕਸਾਈਜ਼ ਡਿਊਟੀ ਲਈ ਉਹਦਾ 42% ਵੀ ਤੁਹਾਡੇ ਕੋਲ ਆ ਜਾਣਾ ਸੈਂਟਰ ਵੱਲੋਂ, ਤੇ ਔਰ ਦੋਹਰੀ ਇਨਕਮ ਤੁਹਾਡੀ ਆ। ਲੇਕਿਨ ਕਰੋ, ਲੇਕਿਨ ਸਵੈ ਸਾਹਿਬ ਤੁਸੀਂ ਜ਼ਿੰਮੇਵਾਰ ਆਦਮੀ ਹੋ, ਤੁਸੀਂ ਘੱਟੋ ਘੱਟ ਬਾਜਵਾ ਸਾਹਿਬ, ਦੂਲੋ ਸਾਹਿਬ ਵਾਂਗੂ ਪੰਜਾਬ ਸਰਕਾਰ ਨੂੰ ਜਗਾਓ। ਇਸ ਤਰੀਕੇ ਨਾਲ ਨਹੀਂ ਚੱਲਣਾ ਕੰਮ। ਇਸ ਤਰ੍ਹਾਂ ਆਪਾਂ ਟੀਵੀ ਤੇ ਝੂਠ ਨਾ ਬੋਲੀਏ। ਨਵਨੀਤ ਜੀ, ਮੇਰਾ ਸਿੱਧਾ ਸਵਾਲ ਸਵੈਤ ਸਾਹਿਬ ਨੂੰ ਇਹ ਹੈ ਕਿ ਜਿਹੜਾ ਪੈਸਾ ਸਰਕਾਰ ਦਾ ਉਹ ਜਾ ਕਿੱਥੇ ਰਿਹਾ, ਲੋਕਾਂ ਨੂੰ ਉਹ ਵੀ ਦੱਸ ਦਿਓ। ਤੁਹਾਨੂੰ ਡੀਜ਼ਲ ਪੈਟਰੋਲ ਦੇ ਉੱਤੇ ਵੈਟ, ਐਕਸਾਈਜ਼ ਉਹ ਤੁਸੀਂ ਇਕੱਠਾ ਕਰ ਰਹੇ ਹੋ, ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਤੁਸੀਂ ਕੱਟ ਲਾ ਰਹੇ ਹੋ, ਤਨਖਾਹਾਂ ਤੱਕ ਤੁਸੀਂ ਰੋਕ ਦਿੰਦੇ ਹੋ, ਪੇ ਕਮਿਸ਼ਨ ਤੱਕ ਰੁਕ ਗਏ ਨੇ ਜੀ, ਪੇ ਕਮਿਸ਼ਨ ਤੱਕ ਤੁਸੀਂ ਰੋਕਦੇ ਹੋ। ਜਿਹੜਾ 6000 ਕਰੋੜ ਡਿਜ਼ਾਸਟਰ ਮੈਨੇਜਮੈਂਟ ਦਾ ਤੁਹਾਡੇ ਕੋਲ ਸੈਂਟਰ ਸਰਕਾਰ ਦਾ, ਉਹ ਕਿੱਥੇ ਹੈ? 300 ਕਰੋੜ ਦਾ ਜਿਹੜਾ ਤੁਸੀਂ ਆਹ ਫੰਡ ਕਹਿੰਦੇ ਹੋ ਕੋਵਿਡ 'ਚ ਵਰਤ ਲਿਆ, ਔਰ ਹਸਪਤਾਲਾਂ ਦੀ ਹਾਲਤ ਲੋਕਾਂ ਨੇ ਦੇਖੀ ਹੈ, ਡਾਕਟਰ ਪੀਪੀ ਕਿਟਾਂ ਵਾਸਤੇ ਲੜਦੇ ਦੇਖੇ ਨੇ, ਔਰ ਜੋ ਰਾਸ਼ਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਭੇਜਿਆ ਉਹ ਰਾਸ਼ਨ ਦਾ ਵਿਤਰਨ ਸਹੀ ਨਹੀਂ ਹੋਇਆ। ਸੋ ਕਿਰਪਾ ਕਰਕੇ ਇਹ ਦੱਸਿਆ ਤਾਂ ਜਾਵੇ ਕਿ ਪੰਜਾਬ ਸਰਕਾਰ ਦਾ ਖਰਚਾ ਕਿਸ ਚੀਜ਼ ਤੇ ਹੋ ਰਿਹਾ। ਕੋਈ ਸੁੱਖ ਸਹੂਲਤ ਲੋਕਾਂ ਨੂੰ ਕੋਵਿਡ ਦੇ ਵਿੱਚ ਸਰਕਾਰ ਨੇ ਕੀ ਦਿੱਤੀ ਹੈ ਜਿਹਦੇ ਤੇ ਸਰਕਾਰ ਨੇ ਖਰਚਾ ਕੀਤਾ? ਸੋ ਕਿਤੇ ਨਾ ਕਿਤੇ ਇਹ ਸਿਰਫ ਤੇ ਸਿਰਫ ਸਰਕਾਰ ਦੀ ਮੈਨੇਜਮੈਂਟ ਦੀ ਕਮੀ ਹੈ। ਜਦੋਂ ਆਪਾਂ ਫਾਰਮ ਹਾਊਸ ਤੇ ਜਾ ਕੇ ਬੈਠ ਜਾਾਂਗੇ ਔਰ ਅਫਸਰਸ਼ਾਹੀ ਦੇ ਨਾਲ ਤਾਲਮੇਲ ਖਤਮ ਕਰ ਦਾਂਗੇ, ਬੇਲਗਾਮ ਅਫਸਰਸ਼ਾਹੀ ਜਿੱਧਰ ਨੂੰ ਤੁਰ ਰਹੀ ਹੈ, ਸਟੇਟ ਨੂੰ ਚਲਾ ਰਹੀ ਹੈ, ਔਰ ਉਹਦੇ 'ਚ ਆਮ ਇਨਸਾਨ ਸਟੇਟ ਦਾ ਪਿਸ ਰਿਹਾ। ਸੋ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਇਹ ਸਰਕਾਰ ਦੀ ਮੈਨੇਜਮੈਂਟ ਦੀ ਕਮੀ ਹੈ। ਉਰੇ ਥੋੜਾ ਜਿਹਾ ਜ਼ਿਕਰ ਅੱਜ ਬਠਿੰਡਾ ਥਰਮਲ ਪਲਾਂਟ ਦਾ ਵੀ ਹੋਇਆ, ਉਹਦੀ ਮੇਨਟੇਨੈਂਸ ਤੇ ਪੈਸਾ ਖਰਚਿਆ, ਔਰ ਉਸ ਤੋਂ ਬਾਅਦ ਉਹ ਕੰਪਨੀ ਨੇ ਉਹਨੂੰ ਕਿੰਨੇ ਸਾਲਾਂ ਤੱਕ ਫ੍ਰੀ 'ਚ ਮੇਨਟੇਨ ਕਰਕੇ ਦੇਣਾ ਸੀ। ਸੋ ਸਿਰਫ ਇਹ ਚਲਾ ਵੀ ਨਹੀਂ ਸਕੇ,
ਅੱਜ ਪਰਾਲੀ ਨੂੰ ਉਸ ਚੀਜ਼ ਵਾਸਤੇ ਵਰਤ ਲੈਂਦੇ, ਕੋਈ ਹੋਰ ਆਈਡੀਆ ਲੈ ਕੇ ਆਉਂਦੇ, ਪਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੱਥ ਖੜੇ ਕਰ ਦੇਣਾ ਕਿ ਸਾਡੇ ਕੋਲੇ ਪੈਸਾ ਨਹੀਂ ਹੈਗਾ, ਇਹ ਸਰਕਾਰ ਵਾਸਤੇ ਬੜੀ ਨਮੋਸ਼ੀ ਨਹੀਂ ਦੀ ਪਰ ਗੱਲ ਪਤਾ ਹੈ। ਕੀ ਹੈ ਕਲੇਰ ਸਾਹਿਬ, ਮੈਂ ਇੱਕ ਚੀਜ਼ ਹੋਰ ਸਮਝ ਨਹੀਂ ਚਾ ਰਿਹਾ ਕਿ ਜਦੋਂ ਵੀ ਕਿਸਾਨ ਦਾ ਮਸਲਾ ਹੁੰਦਾ ਹੈ ਕੇਂਦਰ ਸਰਕਾਰ ਦੇ ਕੋਲ ਜਾ ਕੇ ਹੀ ਕਿਉਂ ਹਮੇਸ਼ਾ ਹੱਥ ਅਡਿਆ ਜਾਂਦਾ ਹੈ? ਮੈਂ ਬੜਾ ਵੈਲਿਡ ਇੱਕ ਕੁਐਸਚਨ ਜਾਂ ਕਹਿ ਲਓ ਕਿ ਇੱਕ ਸਵਾਲ ਕੀਤਾ ਇੱਕ ਦਰਸ਼ਕ ਨੇ, ਕਹਿੰਦਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੰਤਰੀਆਂ ਦੇ ਖਰਚੇ, ਰੇਤ, ਸ਼ਰਾਬ ਮਾਫੀਆ ਨੂੰ ਸਬਸਿਡੀ ਔਰ ਜੋ ਰਾਹਤ ਦਿੱਤੀ ਗਈ ਹੈ, ਕਿ ਉਹਦੇ ਲਈ ਵੀ ਕੇਂਦਰ ਤੋਂ ਕੋਈ ਪਰਮਿਸ਼ਨ ਲਈ ਗਈ ਸੀ ਕਿ ਇਹਨਾਂ ਤਨਖਾਹਾਂ ਨੂੰ ਵਿਧਾਇਕਾਂ ਦੀ, ਮੰਤਰੀਆਂ ਦੀ ਵੀ ਕੋਈ ਕੇਂਦਰ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ? ਜੇ ਉਹ ਸਾਰਾ ਕੁਝ ਵਿਲ ਪਾਵਰ ਕਰਕੇ ਹੋ ਸਕਦਾ ਤਾਂ ਫਿਰ ਇਕੱਲੇ ਕਿਸਾਨਾਂ ਲਈ, ਕਿਸਾਨਾਂ ਦੇ ਮਸਲੇ ਕਿਉਂ ਕੇਂਦਰ ਸਰਕਾਰ ਕੋਲ ਜਾ ਕੇ ਹੱਲ ਕਰਨੇ ਹੁੰਦੇ ਨੇ? ਨਵਨੀਤ ਜੀ, ਤਰਾਸਦੀ ਹੈ ਇਸ ਗੱਲ ਦੀ ਕਿ ਉਹੀ ਸਰਕਾਰ ਹੈ ਜਿਨ੍ਹਾਂ ਨੇ ਕਿਹਾ ਸੀਗਾ ਕਿ ਕਰਜ਼ਾ ਮਾਫ ਕਰ ਦੇਵਾਂਗੇ, ਘਰ ਘਰ ਨੌਕਰੀ ਦੇਵਾਂਗੇ, ਔਰ ਅੱਜ ਬਣ ਕੇ ਗੁਟਕਾ ਸਾਹਿਬ ਦੀਆਂ ਸੌਹਾਂ ਨੂੰ ਵੀ ਭੁੱਲ ਗਏ ਔਰ ਕਿਸਾਨੀ ਨੂੰ ਲਿਆ ਕੇ ਕਿਸ ਮੁਹਾਸ ਦੇ ਉੱਤੇ ਖੜਾ ਦਿੱਤਾ ਇਹਨਾਂ ਨੇ। ਇਹ ਜਵਾਬਦੇਹੀ ਹੁਣ ਸਰਕਾਰ ਦੀ ਬਣ ਜਾਂਦੀ ਹੈ। ਔਰ ਬਿਲਕੁਲ ਸਹੀ ਸਵਾਲ ਹੈ ਕਿ ਜੇ ਤੁਸੀਂ ਇੱਕ ਪਾਸੇ ਜਿਹੜੇ ਠੇਕੇਦਾਰ ਨੇ ਉਹਨਾਂ ਦਾ 676 ਕਰੋੜ ਤੁਸੀਂ ਰਾਹਤ ਦੇ ਸਕਦੇ ਹੋ, 150 ਕਰੋੜ ਦੀ ਤੁਸੀਂ ਸੈਂਡ ਮਾਫੀਆ ਨੂੰ ਦੇ ਸਕਦੇ ਹੋ। ਮਤਲਬ ਮੇਰੇ ਖਿਆਲ ਨਾਲ 600 ਕਰੋੜ ਤੇ ਜਾਣਾ ਵੀ ਨਹੀਂ ਕਿਸਾਨਾਂ ਕੋਲ ਜੇ ਸਰਕਾਰ ਤਰੀਕੇ ਨਾਲ ਕਰਦੇ ਅਤਕੀ ਤੇ। ਬਿਲਕੁਲ। ਔਰ ਤੁਸੀਂ ਜਦੋਂ ਕਿਸਾਨਾਂ ਦੀ ਵਾਰੀ ਆਉਂਦੀ ਹੈ ਤਾਂ ਤੁਹਾਡੇ ਹੱਥ ਖੜੇ ਨੇ। ਤਾਂ ਇਹ ਪੰਜਾਬ ਸਰਕਾਰ ਦੀ ਮਿਸਮੈਨੇਜਮੈਂਟ ਔਰ ਲਾਪਰਵਾਹੀ ਔਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਖੜੀ ਹੋ ਗਈ ਹੈ। ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਐਫੀਡੇਵਿਟ ਦੇਣ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ, ਆਪਣੀ ਕੁਰਸੀ ਛੱਡ ਦੇਣੀ ਚਾਹੀਦੀ। ਪ੍ਰੋਫੈਸਰ ਸੈਂਟਰ ਨੇ ਬੈਲੈਂਸ ਰੱਖਣਾ ਹੁੰਦਾ ਕਿਉਂਕਿ ਦੇਖੋ 70 ਸਾਲਾਂ ਦੇ ਨਾ ਪਿਛਲੇ ਕਿਸਾਨੀ ਔਰ ਕਿਸਾਨ ਇਗਨੋਰ ਤੇ ਹੋਇਆ। ਦੇਖੋ ਮੰਨਣਾ ਪੈਣਾ ਚਾਹੇ ਸਰਕਾਰ ਕੋਈ ਵੀ ਰਹੀ ਹੋਵੇ, ਕੋਸ਼ਿਸ਼ ਸਰਕਾਰ ਸੈਂਟਰ ਦੀ ਮੌਜੂਦਾ ਇਹ ਕਰ ਰਹੀ ਆ, ਇੱਕ ਤੇ ਡਾਇਵਰਸਿਫਿਕੇਸ਼ਨ ਵਾਲੇ ਪਾਸੇ ਜਾਇਆ ਜਾਵੇ, ਪੰਜਾਬ ਨੂੰ ਵੀ ਉਹਦੇ ਵਾਲੇ ਪਾਸੇ ਜਾਣਾ ਚਾਹੀਦਾ, ਲੇਕਿਨ ਉਹਦੇ ਲਈ ਪੰਜਾਬ ਸਰਕਾਰ ਨੂੰ ਵੀ ਇੱਕ ਕੋਈ ਪ੍ਰਪੋਜ਼ਲ ਤਾਂ ਦੇਣਾ ਪੈਣਾ ਨਾ। ਇੱਥੋਂ ਦੇ ਜਿਹੜੇ ਹਾਲਾਤ ਹੈ ਸੈਂਟਰ ਮਦਦ ਕਰ ਸਕਦੀ ਹੈ, ਜੋ ਇੱਕ ਬਣਦਾ, ਜਿਸ ਤਰ੍ਹਾਂ ਹੁਣ ਕੋਵਿਡ ਦੀ ਲੜਾਈ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਕ ਤੇ ਹੈਲਥ ਸੈਕਟਰ ਮਜ਼ਬੂਤ ਕਰੀਏ, ਉਹਦੇ ਲਈ ਸਟੇਟਾਂ ਨੂੰ ਮਦਦ ਦੇਤੀ, ਇੱਕ ਲੋਕਾਂ ਨੂੰ ਬੇਸਿਕਲੀ ਚੁੱਲ੍ਹਾ ਬਲਦਾ ਹੋ ਜੇ ਤੇ ਰਾਸ਼ਨ ਮੁਹੱਈਆ ਕਰਾਤਾ ਗਰੀਬ ਵਾਸਤੇ, ਉਹ ਸਾਰੇ ਮੁਲਕ 'ਚ ਕਰਾਤਾ। ਹੋਰ ਜਿਸ ਤਰ੍ਹਾਂ ਫ੍ਰੀ ਸਿਲੰਡਰ ਦੇਣਾ ਜਾਂ ਹੋਰ ਕੁਝ ਜਿਹੜੀ ਮਾਲੀ, ਜਿਸ ਤਰ੍ਹਾਂ 2000 ਰੁਪਇਆ ਕਿਸਾਨ ਨੂੰ ਦੇ ਰਹੇ ਆ ਡਾਇਰੈਕਟ। ਜਦੋਂ ਜਨ ਧਨ ਯੋਜਨਾ ਬਣਾਈ ਉਦੋਂ ਇਹ ਲੋਕ ਕਹਿੰਦੇ ਯਾਰ ਇਹ ਕਦ ਲਈ ਅਕਾਊਂਟ ਖੋਲੇ ਜਾ ਰਹੇ। ਅੱਜ ਜਿਹੜੀ ਅਮਨ ਅਰੋੜਾ ਜੀ ਨੇ ਗੱਲ ਕਹੀ ਹੈ ਨਾ ਵੀ ਸਕੈਂਡਲ ਕਿਸ ਤਰ੍ਹਾਂ ਹੋ ਰਿਹਾ ਪੰਜਾਬ 'ਚ, ਇੱਕ ਤੇ ਐਗਰੀਕਲਚਰ ਜਿਹੜੀ ਮਸ਼ੀਨਰੀ ਵਾਲਾ ਸਕੈਂਡਲ, ਜਿਹੜੀ ਸਬਸਿਡੀ ਵਾਲਾ, ਸੇਮ ਇਸੇ ਪੈਟਰਨ ਤੇ ਸਪੋਰਟਸ। ਮੈਂ ਇੱਕ ਜ਼ਿਕਰ ਕਰੂੰਗਾ, ਸਪੋਰਟਸ ਇਨਫਰਾਸਟ੍ਰਕਚਰ ਬੜਾ ਵਧੀਆ ਪੰਜਾਬ ਦਾ ਬਣਿਆ, ਪੰਜਾਬ ਸਰਕਾਰ ਸਪੋਰਟਸ ਵਿੰਗ ਦਿੰਦੀ ਆ। ਹੋ ਕੀ ਰਿਹਾ ਹੈ, ਸਪੋਰਟਸ ਵਿੰਗ ਲਈ ਪੈਸਾ ਜਾਂਦਾ ਹੈ, ਉੱਥੇ ਡਿਸਟ੍ਰਿਕਟ ਸਪੋਰਟਸ ਅਫਸਰ ਔਰ ਠੇਕੇਦਾਰ ਪੈਸਾ ਜਿਹੜੀ ਡਾਈਟ ਜਾ ਰਹੀ ਉਹ ਖਾ ਰਹੇ ਆ, ਪਲੇਅਰਾਂ ਨੂੰ ਕੁਝ ਨਹੀਂ ਮਿਲ ਰਿਹਾ, ਸਿਰਫ ਹਾਜ਼ਰੀ ਰਜਿਸਟਰ 'ਚ ਲੱਗ ਰਹੀ ਆ। ਇਸ ਕਰਕੇ ਕਿਉਂਕਿ ਉਹਨਾਂ ਦੇ ਡਾਇਰੈਕਟ ਉਹਨਾਂ ਦੇ ਅਕਾਊਂਟ 'ਚ ਨਹੀਂ ਜਾ ਰਿਹਾ। ਇਹੋ ਜਿਹੇ ਕਈ ਤਰ੍ਹਾਂ ਦੇ ਚੋਰ ਮੋਰੀਆਂ ਹੈ ਜਿਨ੍ਹਾਂ ਤੇ ਸੂਬੇ ਦੀ ਸਰਕਾਰ ਨੂੰ ਹੀ ਅਮਲ ਕਰਨਾ ਪੈਣਾ, ਬਿਊਰੋਕ੍ਰੇਸੀ ਨੂੰ ਕਰਨਾ ਪੈਣਾ, ਜਾਂ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਜਾਂ ਸੈਂਟਰ ਜਾਂ ਜਿਹੜੇ ਵਜ਼ੀਰ ਹੈ ਜਾਂ MLA ਆ ਉਹਨਾਂ ਨੂੰ ਕਰਨਾ ਪੈਣਾ। ਜੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਆ ਜਾਂ ਸਰਕਾਰ ਸੰਜੀਦਾ ਨਹੀਂ ਆ ਤਾਂ ਇਹੋ ਜਿਹੀਆਂ ਚੋਰ ਮੋਰੀਆਂ ਨਾਲ ਲੁੱਟ ਮਚੀ ਹੋਈ ਆ। ਉਹਦਾ ਖਮਿਆਜਾ ਜਿਹੜਾ ਚਾਹੇ ਉਹ ਕਿਸਾਨ ਹੈ, ਚਾਹੇ ਨੌਜਵਾਨ ਹੈ, ਚਾਹੇ ਮਜ਼ਦੂਰ ਹੈ, ਕੁੱਲ ਮਿਲਾ ਕੇ ਮਿਸਮੈਨੇਜਮੈਂਟ ਹੈ, ਕੁੱਲ ਮਿਲਾ ਕੇ ਮਿਸਮੈਨੇਜਮੈਂਟ ਹੈ। ਨਹੀਂ ਮਿਸਮੈਨੇਜਮੈਂਟ ਜਾਂ ਨਾ ਹੁੰਦੀ ਆ ਵੀ ਅਸੀਂ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਓਕੇ, ਤੁਸੀਂ ਸੰਜੀਦਗੀ ਹੀ ਨਹੀਂ ਆ, ਤੁਹਾਡੇ ਚਿੰਤਾ ਤੁਹਾਡੇ ਏਜੰਡੇ 'ਚ ਨਹੀਂ ਆ, ਤੁਸੀਂ ਇਹਦੇ ਬਾਰੇ ਕੋਈ ਫਿਕਰਮੰਦ ਹੀ ਨਹੀਂ ਹੋ, ਤੁਸੀਂ ਕਰਨਾ ਹੀ ਨਹੀਂ ਚਾਹੁੰਦੇ, ਤੁਹਾਡੀ ਕੋਈ ਜਵਾਬਦੇਹੀ ਨਹੀਂ ਆ। ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ, ਉਹਦੇ ਕਰਕੇ ਸਾਰਾ ਪੰਜਾਬ ਜਿਹੜਾ ਹੈ ਸਫਰ ਕਰ ਰਿਹਾ। ਨਵਨੀਤ ਜੀ, ਗੱਲ ਇਹ ਹੈਗੀ ਹੈ ਕਿ ਜਿਹੜੀ ਪਾਲਿਸੀ ਹੈ, ਜਿਹੜੇ ਨੀਚੇ ਲੈਵਲ ਤੇ ਕੰਮ ਕਰਨਾ ਉਹ ਸਟੇਟ ਦੀ ਸਰਕਾਰ ਨੇ ਕਰਨਾ, ਸੈਂਟਰ ਨੇ ਉਹਨੂੰ ਮਦਦ ਕਰ ਦੇਣੀ ਹੈ, ਬਟ ਜਿਹੜੀਆਂ ਪਾਲਿਸੀਆਂ ਉਹ ਇਹਨਾਂ ਦੀਆਂ। ਜਿੱਦਾਂ ਕਿ ਇਹ ਮੇਰੇ ਕਿਸਾਨ ਯੂਨੀਅਨ ਤੋਂ ਭਰਾ ਬੈਠੇ ਆ ਭੋਲਾ ਜੀ, ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਆਪਣੀਆਂ ਸੁੱਖ ਸਹੂਲਤਾਂ ਤਾਂ ਘੱਟ ਨਹੀਂ ਕੀਤੀਆਂ, ਆਪਦੇ ਐਡਵਾਈਜ਼ਰਾਂ ਦੀ ਓਡੀ ਲੰਬੀ ਚੌੜੀ ਲਿਸਟ ਹੈਗੀ ਹੈ 25-26 ਬੰਦਿਆਂ ਦੀ। ਸੋ ਅੱਜ ਦੀ ਸਰਕਾਰ ਨੇ ਕੀ ਕੀਤਾ ਹੋਇਆ ਹੈ ਕਿ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਂਹ ਕਾ ਕੇ ਸਰਕਾਰ ਬਣਾ ਲਈ। ਹੁਣ ਪਤਾ ਹੈ ਕਿ ਅੱਗੇ ਨਹੀਂ ਆਉਣਾ, ਸਰਕਾਰ ਦੇ ਖਜ਼ਾਨੇ ਦਾ ਮੂੰਹ ਤਾਂ ਖੋਲਤਾ, ਪਰ ਖੋਲ ਕਿਹਦੇ ਲਈ ਦਿੱਤਾ? ਕਾਂਗਰਸੀਆਂ ਲਈ ਦਿੱਤਾ, ਆਪਣੇ ਲੀਡਰਾਂ ਲਈ ਦਿੱਤਾ, ਆਪਦੇ MLA ਲਈ ਦਿੱਤਾ। ਸੋ ਕਿਤੇ ਨਾ ਕਿਤੇ ਸਿਰਫ ਆਪਦੇ ਲੀਡਰਾਂ ਦਾ ਘਰ ਭਰਨ ਦੀ ਕਵਾਇਦ ਚੱਲ ਰਹੀ ਹੈ ਔਰ ਬਾਕੀ ਜਿੰਨੇ ਵੀ ਸਟੇਟ ਦੇ ਲੋਕ ਨੇ ਉਹ ਪਿਸ ਰਹੇ ਨੇ। ਸੋ ਕਿਤੇ ਨਾ ਕਿਤੇ ਟੋਟਲ ਗ੍ਰੋਸ ਮਿਸਮੈਨੇਜਮੈਂਟ। ਔਰ ਜਿਹੜੀ ਕਰਜ਼ਾ ਮਾਫੀ ਵੀ ਹੈ, ਬਿਲਕੁਲ ਸਹੀ ਕਿਹਾ ਭੋਲਾ ਜੀ ਨੇ, ਜੋ ਕਰਜ਼ਾ ਮਾਫੀ ਦੇ ਉੱਤੇ ਬੁੱਧ ਸਿੰਘ ਦੀ ਫੋਟੋ ਲਾਈ ਸੀ ਉਹਨੂੰ ਵੀ ਲੱਤਾਂ ਠੁੱਡੇ ਮਾਰਿਆ ਗਿਆ, ਉਹਦਾ ਕਰਜ਼ਾ ਵੀ ਇਕੱਠਾ ਕਰਕੇ ਯੂਥ ਅਕਾਲੀ ਦਲ ਨੇ ਭਰਿਆ, ਉਹਦਾ ਕਰਜ਼ਾ ਤੱਕ ਮਾਫ ਨਹੀਂ ਕੀਤਾ। ਸੋ ਪੰਜਾਬ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੈ, ਆਪਦੀ ਪੈਮਾਨਾ ਦੱਸ ਦਿਓ ਕਿੰਨੀ ਫੇਲ ਹੈ, ਕਿਉਂਕਿ ਸੁਹੈਦ ਸਾਹਿਬ ਨੇ ਬੜਾ ਕਲੀਅਰ ਕਹਿਤਾ ਕਿ ਜੀ ਉਹ ਪੈਮਾਨਾ ਨਹੀਂ ਕੋਈ ਹੁੰਦਾ, ਬਿਲਕੁਲ ਤੁਸੀਂ ਕਹਿ ਦਿਓ ਜੀ ਫੇਲ ਹੈ ਜਾਂ ਕਾਮਯਾਬ ਹੈ। ਪੈਮਾਨਾ ਕੀ ਹੈ ਫੇਲ ਦਾ, ਉਹ ਵੀ ਤੁਸੀਂ ਦੱਸ ਦਿਓ। ਮੈਂ ਨਵਨੀਤ ਜੀ ਸਿੱਧਾ ਪੈਮਾਨਾ, ਤੁਸੀਂ ਸਹੁੰ ਖਾਦੀ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ, ਉਹ ਨਹੀਂ ਕੀਤਾ। ਤੁਸੀਂ ਕਰਜ਼ਾ ਮਾਫੀ ਦੀ ਸਹੁੰ ਖਾਦੀ, ਉਹ ਨਹੀਂ ਤੁਸੀਂ ਕੀਤਾ।
ਤੁਸੀਂ ਕਿਹਾ ਘਰ ਘਰ ਨੌਕਰੀ ਦੇ ਦਾਂਗੇ, ਤੁਸੀਂ ਉਹ ਨਹੀਂ ਕੀਤੀ। ਅੱਜ ਤੁਸੀਂ ਸੁਪਰੀਮ ਕੋਰਟ 'ਚ ਐਫੀਡੇਵਿਟ ਦੇ ਆਏ ਬਈ ਅਸੀਂ ਤਾਂ ਜਿਹੜੀ 300 ਕਰੋੜ ਸਾਨੂੰ ਆਇਆ ਸੀ ਅਸੀਂ ਉਹ ਵੀ ਖਾ ਗਏ, ਸਾਡੇ ਕੋਲ ਉਹ ਵੀ ਨਹੀਂ ਹੈਗਾ। ਸੋ ਇਹ ਸਾਰੀਆਂ ਗੱਲਾਂ ਨੂੰ ਮਿਲਾ ਕੇ 100% ਫੇਲ ਹੈ। ਪੈਮਾਨਾ ਪਰਸੈਂਟੇਜ ਦਾ ਬੜਾ ਸੌਖਾ ਹੈ। ਉਰੇ ਤਾਂ ਹੋਵੇ ਨਾ ਵੀ ਕੁਝ ਕੀਤਾ ਹੋਵੇ ਤਾਂ ਆਪਾਂ ਸੋਚੀਏ ਭਾਈ ਚਲੋ, 50% ਠੀਕ ਹੈ। ਕੀਤਾ, ਨਹੀਂ ਕੀਤਾ ਹੀ ਕੱਖ ਨਹੀਂ। ਸੋ 100% ਫੇਲ ਹੈ। ਫੇਲ ਹੈ ਤੇ ਬਾਜਵਾ ਸਾਹਿਬ ਇਹਨਾਂ ਦੇ ਤੇ ਦੁੱਲੋ ਸਾਹਿਬ ਰਾਜ ਸਭਾ ਐਮਪੀ ਕਹਿ ਰਹੇ ਆ, ਉਹ ਵੀ ਤੇ ਕਹਿ ਰਹੇ ਨੇ ਇਸ ਤੋਂ ਵੱਡਾ ਸਰਟੀਫਿਕੇਟ ਤਾਂ permanent ਹੋ ਸਕਦਾ। ਕਾਂਗਰਸੀ ਰਾਜ ਸਭਾ ਮੈਂਬਰ ਤੇ ਪੁਰਾਣੇ ਜਿਹੜੇ ਪ੍ਰਧਾਨ ਆ ਉਹ ਆਪ ਸਰਟੀਫਿਕੇਟ ਦੇ ਰਹੇ ਨੇ। ਸੋ ਐਕਸ ਸਾਹਿਬ ਵਕੀਲ ਦਾ 100% comment ਫੇਲ ਹੋ ਕਿ ਜੇ ਕਿਸਾਨੀ ਦਾ ਧਿਆਨ ਨਾ ਹੋਏ ਤੇ ਫਿਰ ਪੰਜਾਬ ਦੇ ਲਈ ਸਿਆਸਤ ਕਰਨ ਦਾ ਕੀ ਫਾਇਦਾ, ਔਰ ਜੇ ਹਰ ਵਾਰ ਕੇਂਦਰ ਅੱਗੇ ਹੀ ਹੱਥ ਫੈਲਾਣੇ ਨੇ ਤੇ ਫਿਰ ਉਹ ਖੁਦ ਮੁਖਤਿਆਰੀ ਜਿਹੜੀ ਗੱਲ ਕੀਤੀ ਜਾਂਦੀ ਹੈ ਪੰਜਾਬ ਦੀ ਪੰਜਾਬੀਅਤ ਦੀ ਸਵਾਲ ਕਈ ਖੜੇ ਹੁੰਦੇ ਨੇ। ਬਸ ਨੀਤੀ ਔਰ ਨੀਅਤ ਤੇ ਗੱਲ ਆ ਕੇ ਟਿਕਦੀ ਹੈ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।